BTC ਨੈਟਵਰਕ ਤੇ ਅੱਜ ਦੇ ਮੁੱਦਾ ਦੇ ਐਪੀਸੋਡ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ, ਜਿੱਥੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਤੁਹਾਡੀ ਜ਼ਿੰਦਗੀ ਨਾਲ ਜ਼ਰੂਰੀ ਗੱਲਾਂ ਬਾਤਾਂ ਤੁਹਾਡੇ ਤੱਕ ਪਹੁੰਚਾਉਣ ਦੀ, ਉਹਨਾਂ ਮੁੱਦਿਆਂ ਨੂੰ ਤੁਹਾਡੇ ਤੱਕ ਲੈ ਕੇ ਆਉਣ ਦੀ। ਇੱਕ ਮੁੱਦਾ ਜਿਹੜਾ ਸਭ ਤੋਂ ਜ਼ਿਆਦਾ ਅਹਿਮ ਸਾਡੀ ਕਮਿਊਨਿਟੀ ਦੇ ਵਿੱਚ ਹੈਗਾ ਆ, ਉਹ ਹੈ ਸਾਡੇ ਅਨਡਾਕੂਮੈਂਟਡ ਲੋਕਾਂ ਨੂੰ ਉਹਨਾਂ ਦੇ ਡਾਕੂਮੈਂਟਸ ਦਿਵਾਉਣ ਦਾ, ਜਾਂ ਉਹਨਾਂ ਲੋਕਾਂ ਦੇ ਵਾਸਤੇ ਜੇ ਉਹਨਾਂ ਕੋਲ ਡਾਕੂਮੈਂਟ ਨਹੀਂ ਵੀ ਹੈਗੇ ਤਾਂ ਉਸ ਹਾਲਾਤ ਦੇ ਵਿੱਚ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰਾਉਂਦਾ। ਬੇਸ਼ੱਕ ਉਹ ਮਦਦ ਉਹਨਾਂ ਨੂੰ ਰੋਜ਼ਗਾਰ ਦੇ ਵਿੱਚ ਹੋਵੇ, ਰੋਜ਼ਗਾਰ ਮਿਲਦਿਆਂ ਉਹਦੇ 'ਚ ਕਮੀ ਆਈ ਹੈ ਤਾਂ ਉਸ ਵੇਲੇ ਕਰਨ ਦੀ ਹੋਵੇ, ਜਾਂ ਇਲਾਜ ਦੇ ਵਾਸਤੇ ਹੋਵੇ, ਜਾਂ ਉਹਨਾਂ ਦੇ ਬੱਚਿਆਂ ਦੇ ਸੈਟਲਮੈਂਟ ਦੇ ਵਾਸਤੇ ਹੋਵੇ। ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਇਹ ਹੈਲਪ ਕੀਤੀ ਜਾਂਦੀ ਹੈ ਕੁਝ ਲੋਕਾਂ ਵੱਲੋਂ, ਪਰ ਉਹ ਜ਼ਿਆਦਾ ਲੋਕਾਂ ਤੱਕ ਉਸ ਦੀ ਜਾਣਕਾਰੀ ਨਹੀਂ ਪਹੁੰਚਦੀ। ਸੋ ਇੱਕ ਹੈਲਪਲਾਈਨ ਜਿਹੜੀ ਹੈ ਨਿਊਯਾਰਕ ਦੇ ਵਿੱਚ ਚੱਲਦੀ ਹੈ, ਉਹ ਮੇਅਰ ਬਿਲ ਦਾ ਬਲਾਸੀਓ ਦੀ ਸਪੋਰਟ ਨਾਲ ਚੱਲਦੀ ਹੈ, ਵਿਚ ਇਜ਼ ਦੀ ਨਿਊ ਅਮਰੀਕਨ ਹੈਲਪਲਾਈਨ, ਜਿਹੜੀ ਪਹਿਲਾਂ ਇਮੀਗ੍ਰੇਸ਼ਨ ਹੈਲਪਲਾਈਨ ਹੌਟਲਾਈਨ ਦੇ ਤੌਰ ਤੇ ਚੱਲਦੀ ਸੀ। ਅਸੀਂ ਜਿਸ ਸ਼ਖਸੀਅਤ ਨੂੰ ਅੱਜ ਸੱਦਾ ਦਿੱਤਾ ਆ ਇੱਥੇ, ਉਹ ਸਰੋਜ ਗੰਭੀਰ ਜੀ ਨੇ, ਜਿਹੜੇ ਇਸ ਇਮੀਗ੍ਰੇਸ਼ਨ ਹੈਲਪਲਾਈਨ ਦੇ ਵਿੱਚ ਕਾਉਂਸਲਰ ਦੇ ਤੌਰ ਤੇ ਲੋਕਾਂ ਦੀ ਮਦਦ ਕਰਦੇ ਨੇ। ਸਰੋਜ ਜੀ, ਥੈਂਕ ਯੂ ਸੋ ਮਚ, ਤੁਸੀਂ ਆਪਣਾ ਵਕਤ ਕੱਢਿਆ ਸਾਡੇ ਕੋਲ ਆਏ ਹੋ। ਔਰ ਜਿਹੜਾ ਸਭ ਤੋਂ ਪਹਿਲਾ ਸਵਾਲ ਮੈਂ ਤੁਹਾਡੇ ਕੋਲ ਲੈ ਕੇ ਆਉਣਾ ਚਾਹੁੰਦਾ, ਪਹਿਲਾਂ ਤਾਂ ਇਹ ਹੈ ਵੀ ਸਾਨੂੰ ਇਹ ਦੱਸੋ ਕਿ ਇਹ ਨਿਊ ਅਮਰੀਕਨ ਹੈਲਪਲਾਈਨ ਦਰਅਸਲ ਹੈ ਕੀ? Before then I continue with you, let me greet our viewers. Sat Sri Akal ji, namaste, naal shayad Pakistani mein hai na sade viewers ji, yaqinan assalamu alaikum to everyone. Now the question ji haan ji कि दरअसल है की है हेल्पलाइन? हेल्पलाइन एक्चुअली है एक न्यूयॉर्क स्टेट ਦਾ ਪ੍ਰੋਗਰਾਮ ਹੈਗਾ ਜਿਹੜਾ 1980s ਤੋਂ ਚੱਲ ਰਿਹਾ ਹੈ, so close to 37 years। ਹਾਂਜੀ। ਤੇ ਪਹਿਲੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਇਹਦਾ ਨਾਮ ਸੀ ਨਿਊਯਾਰਕ ਸਟੇਟ ਇਮੀਗ੍ਰੇਸ਼ਨ ਹੈਲਪਲਾਈਨ। ਰੀਸੈਂਟਲੀ ਨਿਊਯਾਰਕ ਸਟੇਟ ਡਿਪਾਰਟਮੈਂਟ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ, ਆਫਿਸ ਆਫ ਨਿਊ ਅਮਰੀਕਨਸ, ਤੇ ਨਾਮ ਹੁਣ ਸਾਡਾ ਨਿਊਯਾਰਕ ਸਟੇਟ ਇਮੀਗ੍ਰੇਸ਼ਨ ਦਾ ਚੇਂਜ ਹੋ ਕੇ ਨਿਊ ਅਮਰੀਕਨਸ ਹੈਲਪਲਾਈਨ ਹੋ ਗਿਆ। ਸਾਡਾ ਜਿਹੜਾ ਮੇਨ ਉਹ ਹੈਗਾ ਸਰਵਿਸਿਜ਼ ਹੈਗੀਆਂ ਨੇ ਇਮੀਗ੍ਰੈਂਟਸ ਨੂੰ ਗਾਈਡੈਂਸ ਦੇਣ ਦੀ ਹੈਲਪਲਾਈਨ ਹੈਗੀ ਇੱਕ ਤਰ੍ਹਾਂ ਦੀ, ताकि वो सानू कॉल करके कोई जनरल क्वेश्चन है पूछ के फिर जो भी उन्होंने मदद चाहिए है। मैं तो नाम का चेंज भी बड़ा इंटरेस्टिंग लग रहा है। न्यू अमेरिकन जो इमिग्रेंट वर्ड ਨੂੰ चेंज करके न्यू अमेरिकन लिया आ, ਪਹਿਲੇ ਸ਼ਬਦ ਤੋਂ ਐਕਸੈਪਟੈਂਸ ਕੀਤੀ ਜਾ ਰਹੀ ਕਿ ਤੁਸੀਂ ਅਮਰੀਕਨ ਹੋ ਗਏ ਹੋ। ਜੀ ਬਿਲਕੁਲ ਬਿਲਕੁਲ, ਤੁਸੀਂ ਆ ਗਏ ਹੋ ਤੇ ਹੁਣ ਤੁਸੀਂ ਸਾਨੂੰ ਦੱਸੋ ਕਿ ਤੁਹਾਡੀ ਹੈਲਪ ਕੀ ਜਾਏ ਤਾਂ ਕਿ ਤੁਸੀਂ ਕੈਨ ਬਿਕਮ ਅ ਸਿਟੀਜ਼ਨ। ਸੋ ਤੁਸੀਂ 37 ਸਾਲ ਪਹਿਲਾਂ ਤੋਂ ਇਸ ਦੀ ਸ਼ੁਰੂਆਤ ਹੋਈ ਦੱਸਦੇ ਹੋ, ਕਿਹਨਾਂ ਲੋਕਾਂ ਦੇ ਕਰਕੇ ਸ਼ੁਰੂਆਤ ਹੋਈ ਹੈ, ਕਿੱਦਾਂ ਇਹ ਚੱਲ ਰਹੀ, ਥੋੜਾ ਜਾਣਕਾਰੀ ਦਿਓਗੇ ਸਾਨੂੰ? ਵੈਰੀ ਗੁੱਡ ਕੁਐਸਚਨ। ਐਕਚੁਅਲੀ ਦੱਸਣਾ ਚਾਹ ਰਹੀ ਸੀ ਮੈਂ, ਤੁਹਾਨੂੰ ਯਾਦ ਹੋਏਗਾ ਕਿ 1986 ਵਿੱਚ ਇੱਕ ਐਮਨੈਸਟੀ ਆਈ ਸੀ, ਪ੍ਰੋਗਰਾਮ ਦਾ ਨਾਮ ਸੀ CSS ਅਨੂਲਾ, ਤੇ ਉਸ ਐਮਨੈਸਟੀ ਦੇ ਦੌਰਾਨ ਕਾਫੀ ਲੋਕ ਕੁਆਲੀਫਾਈਡ ਸੀ ਪ੍ਰੋਗਰਾਮ ਦੇ ਅੰਦਰ, ਬਟ ਜਿਸ ਤਰ੍ਹਾਂ ਹਮੇਸ਼ਾ ਕੋਈ ਵੀ ਨਵਾਂ ਪ੍ਰੋਗਰਾਮ ਅਨਾਉਂਸ ਕਰਦੇ ਨੇ ਲੋਕਾਂ ਨੂੰ ਕਲੀਅਰਿਟੀ ਨਹੀਂ ਹੁੰਦੀ ਕਿ ਕਿਵੇਂ ਕੌਣ ਐਲੀਜੀਬਲ ਹੈ ਜਾਂ ਨਹੀਂ ਹੈ, ਤੇ ਲੋਕਾਂ ਨੂੰ ਪ੍ਰੋਪਰ ਗਾਈਡੈਂਸ ਦੇਣ ਵਾਸਤੇ ਇਹਨਾਂ ਨੇ ਪਾਰਟ ਟਾਈਮ ਹੌਟਲਾਈਨ ਸ਼ੁਰੂ ਕੀਤੀ ਸੀ 1986 ਹਾਂ, ਤਾਂ ਕਿ ਲੋਕ ਉੱਥੇ ਫੋਨ ਕਰਕੇ ਪੁੱਛ ਲੈਣ ਕਿ ਮੈਂ ਕੁਆਲੀਫਾਈਡ ਹਾਂ ਕਿ ਨਹੀਂ। ਜੀ ਬਿਲਕੁਲ। ਹਾਂ, ਤੇ ਉਸ ਤੋਂ ਕੰਟੀਨਿਊਟੀ ਐਕਸਪੈਕਟ ਚੱਲ ਰਹੀ ਉਹਦੀ। ਓਕੇ, ਸੋ ਹੁਣ ਜਿਹੜਾ ਤੁਸੀਂ ਇਹ ਦੌਰ ਵੇਖ ਰਹੇ ਹੋ, ਤੁਸੀਂ ਖੁਦ ਵੀ ਕਾਫੀ ਲੰਬੇ ਅਰਸੇ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਹੋ, ਤੇ ਇਹ ਜਿਹੜਾ ਪਹਿਲਾ ਦੌਰ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਮਿਲਦੀ ਹੋਣੀ ਹੈ, ਲੋਕ ਕਿੱਦਾਂ ਫੋਨ ਕਰਕੇ ਹੈਲਪ ਲੈਂਦੇ ਸੀ, ਤੇ ਅੱਜ ਹੁਣ ਜਿਹੜੇ ਤੁਹਾਡੇ ਦਿੱਤੇ ਹੋਏ ਫੈਸਿਲਿਟੀਜ਼ ਹੈ ਜਾਂ ਫੰਕਸ਼ਨਸ ਹੈ, ਉਹਦੇ 'ਚ ਕੀ ਤਬਦੀਲੀ ਹੈ ਔਰ ਹੁਣ ਕੀ ਜ਼ਿਆਦਾ ਦੇ ਰਹੇ ਹੋ? ਪਹਿਲੇ ਜਦੋਂ ਮੈਂ ਸ਼ੁਰੂ ਕੀਤਾ ਕੋਈ 1998 ਵਿੱਚ, ਸਾਡੇ ਕੋਲ ਨੈਟਵਰਕਿੰਗ ਐਨੀ 20 ਸਾਲ ਤੇ ਤੁਹਾਨੂੰ ਹੋ ਗਏ ਨਾਲ ਕੰਮ ਕਰਦੇ? 20 ਸਾਲ ਹੋ ਗਏ ਵਾਲੇ, 20 ਤੋਂ ਜ਼ਿਆਦਾ ਹੀ ਹੋ ਗਏ ਮੇਰੇ ਖਿਆਲ। ਤੇ ਉਸ ਟਾਈਮ ਸਾਡੇ ਕੋਲ ਮਟੀਰੀਅਲ ਜਿਹੜੀ ਵੀ ਹੁੰਦੀ ਸੀ ਮੈਨੂਅਲੀ ਅਸੀਂ ਯੂਜ਼ ਕਰਦੇ ਸੀ, ਛਾਪ ਕੇ ਲਿਖ ਕੇ। ਐਗਜ਼ੈਕਟਲੀ। ਤੇ ਸਾਡਾ ਜਿਹੜਾ ਸਿਸਟਮ ਹੈਗਾ ਬੇਸਡ ਹੈ, ਕਿਉਂਕਿ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਸਾਰੇ ਯੂਨਾਈਟਿਡ ਸਟੇਟਸ ਵਿੱਚ ਹੈਗੀਆਂ ਨੇ, ਤੇ ਸਾਡਾ ਬੇਸਿਕਲੀ ਨਿਊਯਾਰਕ ਸਿਟੀ ਤੇ ਨਿਊਯਾਰਕ ਸਟੇਟ ਨੂੰ ਕਵਰ ਕਰਦਾ, ਨਾ ਦੂਸਰੇ ਸਟੇਟਸ ਵੀ ਰਹਿੰਦੇ ਨੇ। ਤੇ ਬੇਸਡ ਔਨ ਨਿਊਯਾਰਕ ਸਿਟੀ ਦਾ ਜਿਹੜਾ ਵੀ ਕਾਲਰ ਸਾਨੂੰ ਕਾਲ ਕਰ ਰਿਹਾ, ਤੇ ਅਸੀਂ ਸਾਡਾ ਪਹਿਲਾ ਕੁਐਸਚਨ ਹੁੰਦਾ ਤੁਹਾਡਾ ਜ਼ਿਪ ਕੋਡ ਕੀ ਹੈਗਾ, ਤਾਂ ਕਿ ਤੁਹਾਨੂੰ ਅਸੀਂ ਉਸੇ ਏਰੀਏ ਦੀ ਏਜੰਸੀ ਸਰਚ ਕਰਕੇ ਤੁਹਾਨੂੰ ਦੇਈਏ। ਹੁਣ ਤੁਸੀਂ ਪੁੱਛਿਆ ਚੇਂਜਸ ਕੀ ਆਏ ਨੇ, ਪਹਿਲੇ ਸਾਡੇ ਕੋਲ ਐਸਾ ਨਹੀਂ ਸੀ, ਸਿਸਟਮ ਨਹੀਂ ਸੀ, ਤੇ ਸਾਡੇ ਕੋਲ ਮੈਨੂਅਲੀ ਸਾਰੀ ਬੁੱਕ ਹੈਂਡਬੁੱਕ ਹੁੰਦੀ ਸੀ, ਲੱਭਣਾ ਪੈਂਦਾ ਸੀ। ਕੁਈਨਸ ਦੇ ਏਰੀਏ ਕੱਢੋ, ਫਿਰ ਉਹਦੇ ਕਲੋਜ਼ ਦੇ ਕੱਢੋ, ਤੇ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਸੀ, ਪਰ ਸਰਵਿਸਿਜ਼ ਵਾਈਜ਼ ਅਸੀਂ ਵੀ ਵਰ ਏਬਲ ਟੂ ਪ੍ਰੋਵਾਈਡ। ਸੋ ਨੰਬਰ ਆਫ ਪਰਸਨਸ ਜਿਹੜੇ ਸਰਵਿਸ ਹੋ ਸਕਦੇ ਸੀ ਉਹ ਪਹਿਲੇ ਨਾਲੋਂ ਹੁਣ ਤੁਸੀਂ ਸਪੀਡ ਵਧਾ ਲਈ ਆਪਣੀ। ਐਗਜ਼ੈਕਟਲੀ, ਫਰਕ ਤੇ ਪੈਂਦਾ ਹੀ ਹੈ ਇੰਨੀ ਜਲਦੀ ਤੁਹਾਨੂੰ। ਔਰ ਲੈਂਗੁਏਜਸ ਦੇ ਵਿੱਚ ਵੀ ਵਾਧਾ ਹੋਇਆ, ਕਿੰਨੇ ਲੋਕਾਂ ਨੂੰ ਮਦਦ ਪਹਿਲਾਂ ਕਰ ਰਹੇ ਸੀ, ਉਹ ਕਿੰਨੀਆਂ ਲੈਂਗੁਏਜਸ ਹੁਣ ਐਡ ਹੋਈਆਂ ਨੇ?
ਪਹਿਲੇ ਐਕਚੁਅਲੀ ਸਾਡੇ ਕੋਲ ਔਨ ਦਾ ਸਟਾਫ ਜ਼ਿਆਦਾ ਸੀ ਲੈਂਗੁਏजेस, ਹੁਣ ਥੋੜੀਆਂ ਮਤਲਬ ਘਟਾਈਆਂ ਨੇ ਕਿਉਂਕਿ ਹੁਣ ਅਸੀਂ ਲੈਂਗੁਏਜ ਸਰਵਿਸਿਜ਼ ਯੂਜ਼ ਕਰ ਰਹੇ ਹਾਂ। In addition to the languages, we are there on staff, including Hindi, Urdu and Punjabi. I have been there for a long period of time. So ਸਰੋਜ ਜੀ ਜਿਹੜੇ ਖੁਦ ਨੇ ਉਹ 4 ਭਾਸ਼ਾਵਾਂ 'ਚ ਲੋਕਾਂ ਨੂੰ ਮਦਦ ਦਿੰਦੇ ਨੇ ਇਸ ਨਿਊ ਅਮਰੀਕਨ ਹੈਲਪਲਾਈਨ ਦੇ ਵਿੱਚ, ਉਰਦੂ, ਹਿੰਦੀ, ਪੰਜਾਬੀ ਤੇ ਇੰਗਲਿਸ਼, 4ਾਂ ਦੇ ਵਿੱਚ। ਸੋ ਉਹ ਤੁਹਾਡੇ ਵਰਗੇ ਹੋਰ ਵੀ ਉੱਥੇ ਮਲਟੀਲਿੰਗੁਅਲ ਕਾਉਂਸਲਰਸ ਹੈਗੇ ਨੇ ਜੀ, ਮਤਲਬ 8-9 ਲੈਂਗੁਏजेस ਹੈਗੀਆਂ ਨੇ in addition to our languages। ਫਿਰ ਅਸੀਂ ਜਿਹੜੀਆਂ ਹੋਰ 200 ਲੈਂਗੁਏजेस ਪੂਰੇ ਵਰਲਡ ਦੀਆਂ ਹੈਗੀਆਂ ਨੇ, ਉਹਦੇ ਵਾਸਤੇ ਸਾਡਾ ਇੱਕ ਸੈਟਅਪ ਹੈਗਾ ਲੈਂਗੁਏਜ ਸਰਵਿਸਿਜ਼ ਦੇ ਨਾਲ, ਤੇ ਇੰਟਰਪ੍ਰੀਟਰ ਅਸੀਂ ਆਪਣੇ ਕੋਲ ਲੈ ਕੇ ਲਾਈਨ ਤੇ ਕਾਨਫਰੰਸ ਲਾਈਨ ਤੇ ਅਸੀਂ ਗੱਲ ਕਰਾ ਕੇ ਬੰਦੇ ਨੂੰ ਉਹਨਾਂ ਦੀ ਲੈਂਗੁਏਜ ਵਿੱਚ ਹੀ ਪੂਰਾ ਅਸਿਸਟ। ਸੋ ਕੋਈ ਅਮਰੀਕਾ ਪਹੁੰਚ ਗਿਆ, ਉਹਨੂੰ ਮਦਦ ਚਾਹੀਦੀ ਕਿਸੇ ਵੀ ਭਾਸ਼ਾ ਦਾ ਹੋਵੇ, ਤੁਸੀਂ ਉਹਦੀ ਮਦਦ ਅਰੇਂਜ ਕਰ ਦੋਗੇ ਕਿਸੇ ਨਾ ਕਿਸੇ ਤਰ੍ਹਾਂ। That's very beautiful, ਬਹੁਤ ਜ਼ਬਰਦਸਤ ਹੈਲਪ ਹੈ। ਪਰ ਉਹ ਹੈਲਪ ਕਿੱਦਾਂ ਦੀ ਮਿਲ ਸਕਦੀ, ਸਵਾਲ ਇਹ ਹੈ। ਸੋ ਕੀ ਚੀਜ਼ਾਂ ਕਵਰ ਹੁੰਦੀਆਂ ਨੇ ਜੇ ਅਸੀਂ 1 by 1 ਜਾਣਾ ਚਾਹੀਏ? ਬੇਸਿਕਲੀ ਜਦੋਂ ਕਾਲਰ ਮਤਲਬ ਬੰਦਾ ਇੱਥੇ ਆਉਂਦਾ ਹੈ, ਇਵਨ ਮੈਂ ਕਈ ਵਾਰੀ ਆਪਣੇ ਬਾਰੇ ਸੋਚਣੀ ਆ ਕਿ ਜਦੋਂ ਅਸੀਂ ਆਏ ਸੀ ਕਾਸ਼ ਕਿ ਮੈਨੂੰ ਪਤਾ ਹੁੰਦਾ ਇਸ ਤਰ੍ਹਾਂ ਦੀ ਸਰਵਿਸਿਜ਼ ਅਵੇਲੇਬਲ ਹੈਗੀ, ਤੇ ਅਸੀਂ ਪ੍ਰਾਈਵੇਟ ਨਹੀਂ ਕਹਿਣਾ ਚਾਹੀਦਾ ਵੀ ਜਿਹੜਾ ਵੀ ਤੁਹਾਨੂੰ ਸਰਵਿਸਿਜ਼ ਤੁਹਾਨੂੰ ਮਿਲਿਆ ਉਹਨਾਂ ਦੇ ਚਾਰजेस ਦੇ ਹਿਸਾਬ ਨਾਲ ਕਈ ਵਾਰੀ ਤੁਹਾਨੂੰ ਕਾਫੀ ਜ਼ਿਆਦਾ ਪੇ ਕਰਨਾ ਪੈ ਜਾਂਦਾ ਹੈ। ਪਰ in case you are here, like the day first, if you are able to know ਇਹ program ਹੈ, services available ਹੈਗੀਆਂ ਨੇ, free of cost ਹੈਗੀਆਂ ਨੇ, ਘਰ ਬੈਠੇ ਤੁਸੀਂ ਜਿੱਥੇ ਬੈਠੇ ਹੋ 1-800 ਨੰਬਰ ਟੋਲ ਫ੍ਰੀ ਨੰਬਰ ਹੈਗਾ, ਤੁਸੀਂ ਸਾਨੂੰ ਕਾਲ ਕਰੋ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ। ਅਸੀਂ ਅੱਗੇ ਜਾਣ ਤੋਂ ਪਹਿਲਾਂ ਇੱਕ ਵਾਰੀ ਨੰਬਰ ਅਨਾਉਂਸ ਕਰ ਦਈਏ, ਬਾਅਦ ਚ ਵੀ ਕਰਾਂਗੇ ਜੀ ਜ਼ਰੂਰ ਜੀ। ਕੀ ਨੰਬਰ ਹੈ ਜਿੱਥੇ ਕਾਲ ਕੀਤੀ ਜਾ ਸਕਦੀ ਹੈ ਇਮੀਗ੍ਰੈਂਟ ਹੈਲਪਲਾਈਨ ਵਾਸਤੇ? ਸਾਡਾ ਟੋਲ ਫ੍ਰੀ ਨੰਬਰ ਹੈ 1-800 ਹਾਂਜੀ 566 7636 566 7636 ਜੀ। ਸੋ ਇਸ ਨੰਬਰ ਦੇ ਉੱਤੇ, ਇਹ ਤੁਹਾਡੇ ਕੋਲ ਹੈਡਰ ਦੇ ਉੱਤੇ ਵੀ ਆ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜੇ ਤੁਸੀਂ ਇਮੀਗ੍ਰੈਂਟ ਹੋ, ਤੁਹਾਨੂੰ ਕਿਸੇ ਵੀ ਕਿਸਮ ਦੀ ਹੈਲਪ ਚਾਹੀਦੀ, ਤੁਹਾਡੀ ਭਾਸ਼ਾ ਕੋਈ ਵੀ ਹੋਵੇ, ਹਿੰਦੀ, ਉਰਦੂ, ਪੰਜਾਬੀ, ਅੰਗਰੇਜ਼ੀ, ਤੁਸੀਂ ਕਾਲ ਕਰਕੇ ਮਦਦ ਲੈ ਸਕਦੇ ਹੋ। ਸਰੋਜ ਜੀ ਇਹਨਾਂ ਦੇ ਸਾਥੀ ਤੁਹਾਡੀ ਮਦਦ ਕਰਨਗੇ। ਹੁਣ ਇੱਕ ਗੱਲ ਬਹੁਤ ਹੰਬਲੀ ਇਹ ਕਹਿ ਗਏ ਸੀ ਕਿ ਪ੍ਰਾਈਵੇਟ ਦੀ ਆਪਾਂ ਗੱਲ ਨਾ ਕਰੀਏ, ਪਰ ਮੈਂ ਤੁਹਾਨੂੰ ਇੱਕ ਗੱਲ ਸਾਫ਼ ਦੱਸ ਦੇਵਾਂ ਕਿ ਔਰ ਇਹ ਗੱਲਾਂ ਅਖਬਾਰਾਂ ਛਪ ਚੁੱਕੀਆਂ ਨੇ, ਜਿਹੜੇ ਕੰਮ ਦੇ $8,000 ਚਾਰਜ ਕੀਤੇ ਜਾ ਰਹੇ ਸੀ ਪ੍ਰਾਈਵੇਟ ਏਜੰਟਸ ਵੱਲੋਂ ਜਾਂ ਲਾਇਰਸ ਵੱਲੋਂ, ਇਸ ਹੈਲਪਲਾਈਨ ਨੇ ਉਹ ਮੇਰੇ ਖਿਆਲ 2000 ਉਹ ਵੀ ਆਪਣੀ ਜੇਬ ਚੋਂ ਖਰਚ ਕੇ ਕੰਮ ਕੀਤਾ ਆ। ਸੋ ਇੱਥੋਂ ਤੱਕ ਤੁਸੀਂ ਮਦਦ ਕਰਦੇ ਹੋ। ਸੋ ਅਸੀਂ ਕਹਿ ਸਕਦੇ ਹਾਂ ਕਿ ਇਹ ਫਰਕ ਹੈ। ਉਹ ਇਹ ਫਰਕ ਕਿੱਦਾਂ ਆ? ਹੁਣ ਤੁਹਾਡੀ ਹੈਲਪਲਾਈਨ ਹੈ, ਉਹਨੂੰ ਖੁਦ ਨੂੰ ਚੱਲਣ ਵਾਸਤੇ ਵੀ ਤਾਂ ਫੰਡਸ ਦੀ ਲੋੜ ਪੈਂਦੀ ਹੋਣੀ ਹੈ, ਤਾਂ ਇਹ ਕਿੱਦਾਂ ਹੁੰਦਾ ਹੈ ਕਿ ਤੁਸੀਂ ਇੰਨੀ ਸਾਰੀ ਮਦਦ ਦੇਣ ਦੇ ਕਾਬਿਲ ਹੋ ਜਾਂਦੇ ਹੋ ਉਹਨਾਂ ਲੋਕਾਂ ਨੂੰ? ਵੈਰੀ ਗੁੱਡ ਕੁਐਸਚਨ। ਹੁਣ ਮੈਂ ਐਕਚੁਅਲੀ ਜਿੱਥੇ ਕੰਮ ਕਰ ਰਹੀ ਹਾਂ, ਸਾਡਾ ਪ੍ਰੋਗਰਾਮ ਆਫਿਸ ਆਫ ਨਿਊ ਅਮਰੀਕਨਸ ਹੈਗਾ, ਸਟੇਟ ਦੀ ਲਾਈਨ ਹੈਗੀ ਹੈ, ਪਰ ਇਹ ਮੈਨੇਜ ਕੀਤੀ ਜਾ ਰਹੀ ਹੈ ਕੈਥੋਲਿਕ ਚੈਰਿਟੀਜ਼ ਕਮਿਊਨਿਟੀ ਸਰਵਿਸਿਜ਼ ਦੇ ਥਰੂ। ਇਹਨਾਂ ਦਾ ਬਹੁਤ ਹੀ ਵੱਡਾ ਇਮੀਗ੍ਰੇਸ਼ਨ ਲੀਗਲ ਦੀ ਟੀਮ ਹੈਗੀ ਹੈ, ਜਿਹਦੇ ਵਿੱਚ ਕਾਫੀ ਲਾਇਰਸ ਵੀ ਹੈਗੇ ਨੇ, ਪੈਰਾਲੀਗਲਸ ਵੀ ਹੈਗੇ ਨੇ, ਕਾਉਂਸਲਰਸ ਵੀ ਹੈਗੇ ਨੇ, ਤੇ ਨਾਲ ਦੇ ਨਾਲ ਸਾਡੀ ਹੌਟਲਾਈਨ। ਸੋ ਸਾਰੇ ਰਲ ਕੇ ਵੋਲੰਟੀਅਰ ਕਰਦੇ ਨੇ ਇਸ ਕੰਮ ਵਾਸਤੇ? ਵੋਲੰਟੀਅਰ ਨਹੀਂ, ਮਤਲਬ ਸਾਨੂੰ ਸਪੋਰਟ ਪੂਰੀ ਮਿਲ ਰਹੀ ਹੈ ਲੀਗਲ ਇਮੀਗ੍ਰੇਸ਼ਨ ਟੀਮ ਦੇ ਥਰੂ। ਕੋਈ ਵੀ ਅਪਡੇਟਸ ਹੈ, ਕੁਝ ਵੀ ਹੈ। ਤੇ ਕੁਐਸਚਨ ਤੁਹਾਡਾ ਇਹ ਸੀ ਕਿ ਖਰਚਾ ਕਿਵੇਂ ਚੱਲ ਰਿਹਾ ਹੈ। ਜਿਹੜਾ ਸਟੇਟ ਹੈ ਉਹਦੇ ਸਾਰੇ ਫੰਡ ਸਾਨੂੰ ਨਿਊਯਾਰਕ ਸਟੇਟ ਹੀ ਪ੍ਰੋਵਾਈਡ ਕਰਦੀ ਹੈ। ਠੀਕ ਹੈ। ਤੇ ਜਿਹੜਾ ਲੀਗਲ ਡਿਪਾਰਟਮੈਂਟ ਹੈ, ਐਵੇਂ ਐਸੀ ਤਰ੍ਹਾਂ ਦੇ ਹੋਰ ਵੀ ਬੜੀਆਂ ਏਜੰਸੀਆਂ ਨੇ ਜਿਹੜੀਆਂ ਸਟੇਟ ਜਿਹੜੇ ਮਦਦ ਕਰਦੀਆਂ ਨੇ ਰਲ ਕੇ। ਸਟੇਟ ਉਹਨਾਂ ਨੂੰ ਫੰਡਸ ਦਿੰਦਾ ਖਰਚ ਕਰਨ ਵਾਸਤੇ, ਤਾਂ ਕਿ ਤੁਸੀਂ ਆਪਣੀ ਇਮੀਗ੍ਰੈਂਟ ਜਿਹੜੀ ਪਾਪੂਲੇਸ਼ਨ ਹੈਗੀ ਹੈ ਪੂਰੇ ਵਰਲਡ ਦੀ, ਯਾਨੀ ਕਿ ਅਸੀਂ ਇੰਡੀਆ ਤੋਂ ਹੈਗੇ ਤੇ ਸਾਨੂੰ ਸਾਰਿਆਂ ਨੂੰ, ਬਈ ਤੁਸੀਂ ਉਹਨਾਂ ਨੂੰ ਵਿਦ ਲੋ ਔਰ ਫ੍ਰੀ ਆਫ ਕਾਸਟ ਲੀਗਲ ਸਰਵਿਸਿਜ਼ ਪ੍ਰੋਵਾਈਡ ਕਰੋ। ਪੈਸਾ ਪਿੱਛੋਂ ਆ ਰਿਹਾ ਹੈ, ਤੁਸੀਂ ਸਰਵਿਸਿਜ਼ ਦੇਣੀ ਹੈ। ਬਾਕੀ ਤੁਹਾਡਾ ਜਿਹੜਾ ਨਾਨ ਪ੍ਰੋਫਿਟ ਦਾ ਖਰਚਾ ਹੈਗਾ, ਤੁਸੀਂ ਉਹਨੂੰ ਆਪਰੇਟ ਕਰਨ ਵਾਸਤੇ ਲੋ ਕਾਸਟ ਸਰਵਿਸਿਜ਼ ਲੈ ਸਕਦੇ ਹੋ। ਰਾਈਟ। ਸੋ ਇਹ ਖਾਸੀਅਤ ਜਿਹੜੀ ਹੈ ਇਹ ਜ਼ਿਆਦਾ ਇਸ ਲਈ ਵੀ ਹੈ ਕਿ ਨਿਊਯਾਰਕ ਜਾਂ ਕੈਲੀਫੋਰਨੀਆ ਜਾਂ ਹੋਰ ਬਹੁਤ ਸਾਰੇ, ਜਿਨ੍ਹਾਂ ਦੀ ਬਾਰ-ਬਾਰ ਮੈਂ ਮੈਂਸ਼ਨ ਕਰਦਾ ਨਾ, ਹੋਰ ਬਹੁਤ ਸਾਰੇ ਸਿਟੀਜ਼ ਔਰ ਸਟੇਟਸ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਸੈਂਚੁਰੀ ਸਟੇਟਸ ਜਾਂ ਸੈਂਚੁਰੀ ਸਿਟੀਜ਼ ਦੇ ਤੌਰ ਤੇ ਦਰਜ ਕਰਾਉਂਦੇ ਨੇ। ਨਿਊਯਾਰਕ ਉਹਨਾਂ ਸਭ ਤੋਂ ਜ਼ਿਆਦਾ ਅਹਿਮ ਹੈ, ਔਰ ਨਿਊਯਾਰਕ ਨੇ ਹਮੇਸ਼ਾ ਖੁੱਲ੍ਹ ਕੇ ਸੱਦਾ ਦਿੱਤਾ ਹੈ ਲੋਕਾਂ ਨੂੰ ਔਰ ਖੁੱਲ੍ਹ ਕੇ ਵੈਲਕਮ ਕੀਤਾ ਹੈ, ਚਾਹੇ ਉਹ ਕਿਸੇ ਵੀ ਕੌਮੀਅਤ ਦੇ, ਕਿਸੇ ਵੀ ਧਰਮ ਦੇ, ਕਿਸੇ ਵੀ ਮੁਲਕ ਦੇ ਆਏ ਹੋਏ ਹੋਣ। ਤਾਂ ਇਸ ਕਰਕੇ ਇਹ ਹੈਲਪਲਾਈਨ ਹੋਰ ਜ਼ਿਆਦਾ ਅਹਿਮ ਹੋ ਜਾਂਦੀ, ਕਿਉਂਕਿ ਲੋਕ ਪਹੁੰਚ ਜਾਂਦੇ ਨੇ। ਲੋਕਾਂ ਨੂੰ ਪਤਾ ਕਿ ਨਿਊਯਾਰਕ
और च उन्होंने ढारस मिल जाएगी, सपोर्ट मिल जाएगी, पर इत्थे आके कागजी कार्रवाई जिहड़ी है वो कई बार बंदे नूं कन्फ्यूज भी कर दिंदी है, जे भाषा नहीं जानते या दफ्तरां दा पता नहीं है कित्थे जाना कित्थे नहीं जाना। सो उस हालात दे विच किद्दां किद्दां दी मदद किहड़े-किहड़े दफ्तरां च पहुंचा सकदे ने तुहानूं, ये किद्दां किद्दां दी मदद तुहाडे तक पहुंच सकदी है, उहदे बारे असीं जानकारी हासिल करांगे। सरोज गंभीर जी साडे नाल मौजूद ने। ब्रेक तो बाद असीं वापस आउने और इत्थे ही गलबात जारी रहेगी। ब्रेक तो बाद गलबात का सिलसिला फिर जारी है। न्यू अमेरिकन हैल्पलाइन जी के बेयर बिल द बलासियो की सपोर्ट नाल चल रही हैल्पलाइन है, उतों काउंसलर सरोज गंभीर जी साडे विचकार इस वेले मौजूद ने और ये दस रहे हैं कि जिहड़े लोग बेशक तुहाडे कोल कागजात है या नहीं है, स्पैशली जे नहीं है और जे तुसीं अंग्रेजी भी नहीं जानते तो पंजाबी हिंदी या उर्दू दे विच ही सवाल पूछना चाहुंदे हो तो किद्दां तुहानूं न्यूयॉर्क सिटी खुद हैल्प कर सकदी है। सरोज जी तुसीं सानूं दस रहे सी कि तुहाडी हैल्पलाइन जिहड़ी है वो किहड़ियां-किहड़ियां सर्विसिज दिंदी है। सो पहला तो ये शुरू करिए कि कोई भी बंदा नवां आउंदा आ उन्हें पता ही नहीं है कि मैं कित्थे जाना, जे कोई सेवा भी लैनी सरकार वालों या सिटी वालों, तो वो तुसीं किद्दां जानकारी दिंदे हो? फर्स्ट ऑफ ऑल अगर उन्होंने पता है साडे नंबर दे बारे, उन्होंने पता है जेड़ा फोन नंबर ਅਸੀਂ ਚਲਾ ਰਹੇ ਹਾਂ 1-800-566-7636। हाँ जी। दूसरा हैगा ਤੁਹਾਡਾ 212, ਇਹ ਤਾਂ ਸਾਰਾ ਸਟੇਟ ਦਾ ਹੈਗਾ ਨਾ, ਆਊਟ ਆਫ ਦ ਸਟੇਟ ਔਰ ਆਊਟ ਆਫ ਕੰਟਰੀ ਆਲਸੋ ਯੂ ਕੈਨ ਯੂਜ਼ 212-419-3737 212-419-3737 ਤੇ 212-419-3737 ਤੇ ਹਿੰਦੀ ਉਰਦੂ ਪੰਜਾਬੀ ਵਾਸਤੇ ਤੁਹਾਨੂੰ ਕੀਪੈਡ ਤੇ ਪ੍ਰੈਸ ਕਰਨਾ ਪਏਗਾ ऑप्शन नंबर 7 या 8 या फिर 9। ਇਹ तीनों ਲਾਈਨਾਂ ਜਦੋਂ ਪ੍ਰੈਸ ਹੁੰਦੀਆਂ ਨੇ ਕਾਲਰ ਦੀ ਤਰਫੋਂ ਲਾਈਨ ਡਾਇਰੈਕਟਲੀ ਮੇਰੇ ਤੁਹਾਡੇ ਕੋਲ ਪਹੁੰਚ ਜਾਂਦਾ ਹੈ। ਠੀਕ ਹੈ। ਅਸੀਂ ਫਿਰ ਪੰਜਾਬੀ ਜਿਹੜੀ ਵੀ ਲੈਂਗੁਏਜ ਤੁਹਾਨੂੰ ਚਾਹੀਦੀ ਹੈ ਸੋ 7 8 9 ਐਕਸਟੈਂਸ਼ਨ ਹੈ ਹਿੰਦੀ ਉਰਦੂ ਪੰਜਾਬੀ। ਜੇ ਪੰਜਾਬੀ ਤੁਸੀਂ ਗੱਲ ਕਰਨੀ ਹੈ ਤਾਂ ਫੋਨ ਨੰਬਰ ਡਾਇਲ ਕਰਕੇ ਤੇ 9 ਪ੍ਰੈਸ ਕਰ ਦਿਓ। ਜਦੋਂ ਤੁਹਾਡੀ ਕਾਲ ਥਰੂ ਹੋਗੀ ਤਾਂ ਤੁਹਾਡੇ ਕੋਲ ਕਾਲ ਪਹੁੰਚ ਜਾਏਗੀ ਪੰਜਾਬੀ ਚ ਗੱਲ ਕਰਨ ਵਾਸਤੇ। ਮੈਂ ਤੇ ਇਹ ਵੀ ਚਾਹਾਂਗੀ ਕਿ ਅਗਰ ਤੁਸੀਂ ਇੰਡੀਆ ਦੇਖ ਰਹੇ ਹੋ ਨੰਬਰ ਮਿਲ ਗਿਆ ਤੁਹਾਨੂੰ ਤੇ ਤੁਹਾਨੂੰ ਪਲਾਨ ਕਰ ਰਹੇ ਹੋ ਪ੍ਰੋਗਰਾਮ ਬਣ ਰਿਹਾ ਅਮਰੀਕਾ ਦਾ, कोई थानू जनरल इन्फॉर्मेशन चाहिए एम्बेसी जाने तो पहले इंटरव्यू देने जाना है की पेपर लेके जाइए, जनरल जो भी क्वेश्चन है वो भी थानू गाइडेंस सेम नंबर बिल्कुल फ्री भी मिल रही है। जरूरी नहीं कि एजेंट को जाके पहला फीस ही भरनी है। राइट सो ओदे कोई घंटे भी है कदों कॉल कर सकते हैं? As per the operation hours of the hotline, साडे जिहड़ी सर्विसेज है ईस्टर्न स्टैंडर्ड टाइम दे हिसाब नाल 9 तो लेके 8 बजे रात तक मंडे थ्रू फ्राइडे। ਸਵੇਰ ਦੇ 9 ਤੋਂ ਸ਼ਾਮ ਦੇ 8 ਵਜੇ ਅਮਰੀਕਨ ਟਾਈਮ ਦੇ ਮੁਤਾਬਕ, ਯਾਨੀ ਕਿ ਜੇ ਤੁਸੀਂ ਇੰਡੀਆ ਬੈਠੇ ਹੋ ਤਾਂ ਤੁਹਾਡੀ ਸ਼ਾਮ ਦੇ ਕਰੀਬ 6:30 ਤੋਂ ਲੈ ਕੇ ਤੇ ਤੁਹਾਡੇ ਤੜਕੇ ਦੇ ਕਰੀਬ 5:30 ਵਜੇ ਤੱਕ ਇਹ ਹੌਟਲਾਈਨ ਖੁੱਲੀ ਹੈ। ਸੋ ਰਾਤ ਨੂੰ ਥੋੜਾ ਟਾਈਮ ਕੱਢਣਾ ਪਏਗਾ। ਤੁਸੀਂ ਉਹਨਾਂ ਨੂੰ ਕਾਲ ਕਰਕੇ ਪੰਜਾਬੀ ਚ ਇਹ ਇਨਫੋਰਮੇਸ਼ਨ ਇੰਡੀਆ ਤੋਂ ਵੀ ਲੈ ਸਕਦੇ ਹੋ। ਫੋਨ ਨੰਬਰ ਤੁਹਾਡੇ ਕੋਲ ਉੱਪਰ ਚੱਲ ਰਹੇ ਨੇ। ਓਕੇ, ਸੋ ਕਿਹੜੀ ਸਰਵਿਸ ਦੀ ਇਨਫੋਰਮੇਸ਼ਨ ਲੈ ਸਕਦੇ ਹਾਂ? ਬੇਸਿਕਲੀ ਅਸੀਂ ਇਨਫੋਰਮੇਸ਼ਨ ਕੀ ਕਹਿੰਦੇ ਨੇ, ਇਨਫੋਰਮੇਸ਼ਨ ਲਾਈਨ ਹੈਗੀ ਹੈ and referral services। ਇਨਫੋਰਮੇਸ਼ਨ ਵਾਈਜ਼ ਅਸੀਂ ਜਨਰਲ ਇਨਫੋਰਮੇਸ਼ਨ ਪ੍ਰੋਵਾਈਡ ਕਰਨੇ ਆ, ਜਿਵੇਂ ਅਗਰ ਕਿਸੇ ਨੂੰ ਕੁਐਸਚਨ ਹੈਗਾ ਗ੍ਰੀਨ ਕਾਰਡ ਕਿਵੇਂ ਫਾਈਲ ਕਰਨਾ ਹੈ, ਸਿਟੀਜ਼ਨਸ਼ਿਪ ਕਿਵੇਂ ਫਾਈਲ ਕਰਨੀ ਹੈ, ਡਾਕਾ ਦਾ ਕੀ ਰੂਲਸ ਐਂਡ ਰੈਗੂਲੇਸ਼ਨ ਹੈ, ਮੈਂ ਕੁਆਲੀਫਾਈਡ ਹੈਗਾ ਕਿ ਨਹੀਂ ਹੈਗਾ। ਸਿਮਿਲਰਲੀ TPS ਹੈ ਜਿਹੜਾ ਐਕਚੁਅਲੀ ਹੈ ਟੈਂਪਰੇਰੀ ਪ੍ਰੋਟੈਕਟਡ ਸਟੇਟਸ। ਇਹ ਹੁੰਦਾ ਵੀ ਦੂਸਰੀ ਕੰਟਰੀਜ਼ ਕਦੀ ਅਚਾਨਕ ਨੈਚੁਰਲ ਡਿਜ਼ਾਸਟਰ ਹੋ ਗਿਆ ਜਾਂ ਕੋਈ ਇਸ ਤਰ੍ਹਾਂ ਕੰਡੀਸ਼ਨ ਆ ਗਈ ਕਿ ਜਿਹਦੇ ਚ ਉਹਨਾਂ ਦੀ ਲਿਵਿੰਗ ਜੋ ਹੈ ਬੜੀ ਹਾਰਡ ਔਖੀ ਹੋ ਗਈ ਹੈ ਤੇ ਉਹਨਾਂ ਨੂੰ ਫਿਰ ਅਮਰੀਕਾ ਸਪੈਸ਼ਲ ਪ੍ਰੋਗਰਾਮਾਂ ਦੇ ਵਿੱਚ ਇਸ ਤਰ੍ਹਾਂ ਦਾ ਉਸ ਕੰਟਰੀ ਨੂੰ, ਜਿਵੇਂ ਆਮ ਤੌਰ ਤੇ ਮੈਨੂੰ ਲੱਗਦਾ ਸਾਡੀ ਕਮਿਊਨਿਟੀ ਦੇ ਲੋਕ TPS ਦੇ ਅੰਦਰ ਘੱਟ ਹੀ ਕਵਰ ਹੋਏ ਨੇ, ਹੋਏ ਨਹੀਂ, ਜ਼ਰੂਰਤ ਹੀ ਨਹੀਂ ਪਈ। 2-3 ਸਾਲ ਪਹਿਲੇ ਹੇਤੀ ਦੇ ਵਿੱਚ ਅਰਥਕੁਏਕ ਆਇਆ ਸੀ ਤੇ ਉਹਨਾਂ ਨੂੰ ਉਹਨਾਂ ਨੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਵਿੱਚ ਕਾਫੀ ਜਗ੍ਹਾ ਦਿੱਤੀ ਸੀ। ਯੈਸ। ਸੋ ਜੇ ਅਸੀਂ ਜਨਰਲ ਇਮੀਗ੍ਰੇਸ਼ਨ ਦੀ ਗੱਲ ਕਰੀਏ ਤਾਂ ਉਹਦੇ 'ਚ ਤੁਸੀਂ ਜਿਹੜੀ ਲੋਕਾਂ ਨੂੰ ਜਾਣਕਾਰੀ ਦੇ ਸਕਦੇ ਹੋ। ਜੇ ਤੁਹਾਨੂੰ ਕੋਈ ਕਾਲ ਕਰਦਾ ਆ ਇਹ ਜਾਣਨਾ ਚਾਹੁੰਦਾ ਕਿ ਮੇਰੇ ਕੋਲ ਕਾਗਜ਼ ਹੈ ਨਹੀਂ, ਮੈਂ ਅਮਰੀਕਾ ਰਹਿਣਾ ਚਾਹੁੰਦਾ ਆ, ਤਾਂ ਤੁਹਾਡਾ ਜਵਾਬ ਕੀ ਹੋਏਗਾ? ਉਹਦੇ ਵਿੱਚ ਫਿਰ ਜਿਵੇਂ ਉਹ ਕਾਲ ਕਰਨਗੇ ਸਾਨੂੰ ਤੇ ਸਾਰਿਆਂ ਕੋਲ ਪਹਿਲੇ ਤਾਂ ਸਾਨੂੰ ਚੈੱਕ ਕਰਨਾ ਪੈਂਦਾ ਕਿ ਤੁਹਾਡੀ ਐਲੀਜੀਬਿਲਿਟੀ ਕੁਆਲੀਫਾਈਡ ਹੋ ਕਿ ਨਹੀਂ ਹੋ। ਜਦੋਂ ਅਸੀਂ ਦੇਖਦੇ ਹਾਂ ਕਿ ਹਾਂ ਕੁਆਲੀਫਾਈਡ ਹੈਗੇ ਨੇ ਤੇ ਇਹਨਾਂ ਨੂੰ ਹੁਣ ਲੀਗਲ ਅਸਿਸਟੈਂਸ ਚਾਹੀਦੀ ਹੈ ਫਾਈਲ ਕਰਨ ਵਾਸਤੇ, ਜਾਂ ਫਿਰ ਕੋਈ ਇਸ ਤਰ੍ਹਾਂ ਦਾ ਇਸ਼ੂ ਹੈ ਜਿਹਦੇ ਵਿੱਚ ਐਡਵਾਈਸ ਚਾਹੀਦੀ ਹੈ ਤੇ ਸਾਨੂੰ ਐਡਵਾਈਸ ਨਹੀਂ ਦੇਣੀ ਬਿਲਕੁਲ। ਅਸੀਂ ਸਿਰਫ ਜਨਰਲ ਇਨਫੋਰਮੇਸ਼ਨ ਦੇ ਕੇ ਬੰਦੇ ਦੀ ਸਿਚੁਏਸ਼ਨ ਨੂੰ, ਹਾਲਾਤ ਨੂੰ ਸਮਝ ਕੇ ਤੇ ਉਹਦੀ ਜ਼ਰੂਰਤ ਨੂੰ ਸਮਝ ਕੇ ਫਿਰ ਉਹਨਾਂ ਨੂੰ ਅਸੀਂ ਐਪਰੋਪ੍ਰੀਏਟ ਜਿਹੜੀਆਂ ਏਜੰਸੀਆਂ ਨੇ ਸਪੈਸ਼ਲਾਈਜ਼ਡ, ਕੁਝ ਏਜੰਸੀਆਂ ਸਪੈਸ਼ਲਾਈਜ਼ਡ ਨੇ ਸਿਰਫ ਅਸਾਈਲਮ ਫਾਈਲ ਕਰਨ ਵਾਸਤੇ, ਓਕੇ, ਕੁਝ ਨੇ ਐਮਪਲੋਇਮੈਂਟ ਬੇਸਡ ਵੀਜ਼ਾ ਵਾਸਤੇ, ਐਸੀ ਤਰ੍ਹਾਂ ਕੁਝ ਹੈਗੀਆਂ ਨੇ
टेम्परेरी प्रोटेक्टेड हो गया, DACA हो गया, ठीक है। एक है SIJ प्रोग्राम, स्पेशल जुवेनाइल इमिग्रेंट पिटिशन, बच्चे जड़े 21 ਤੋਂ ਥੱਲੇ ਆਉਂਦੇ ਨੇ ਉਹਨਾਂ ਵਾਸਤੇ ਕੋਈ ਨਹੀਂ ਹੈਗਾ, ਜਿਨ੍ਹਾਂ ਨੂੰ ਗ੍ਰੀਨ ਕਾਰਡ ਛੇਤੀ ਮਿਲ ਜਾਂਦਾ ਹੈ ਆਮ ਤੌਰ ਤੇ, ਜਲਦੀ ਮਿਲ ਜਾਂਦਾ। ਤੇ ਅੱਜਕੱਲ ਕਾਫੀ ਬੱਚੇ ਮੈਨੂੰ ਸੁਣਨ ਨੂੰ ਆ ਰਿਹਾ ਕਿ ਇੰਡੀਆ ਤੋਂ ਕੁਈਨਸ ਫੈਮਿਲੀ ਕੋਰਟ ਦੇ ਵਿੱਚ ਬਹੁਤ ਜ਼ਿਆਦਾ ਕੇਸਿਸ ਐਸੇ ਆਏ ਨੇ, ਰਾਈਟ, ਪੰਜਾਬ ਤੋਂ ਬੜੇ ਆ ਰਹੇ ਨੇ ਇਸ ਟਾਈਮ, ਤੇ ਉਹਨਾਂ ਨੂੰ ਸਾਡੇ ਪ੍ਰੋਗਰਾਮ ਦੇ ਬਾਰੇ ਪਤਾ ਨਹੀਂ। ਤੇ ਮੈਂ ਚਾਹਾਂਗੀ ਉਹਨਾਂ ਨੂੰ ਵੀ ਇਨਫੋਰਮੇਸ਼ਨ ਮਿਲ ਜਾਏ ਕਿ ਜਦੋਂ ਇੱਥੇ ਅਰਾਈਵ ਹੁੰਦੇ ਨੇ ਐਜ਼ ਅਨਅਕੰਪਨੀਡ ਮਾਈਨਰ ਤੇ ਫਿਰ ਅਸੀਂ ਅੱਗੇ ਉਹਨਾਂ ਫੋਨ ਤੇ ਤੁਹਾਨੂੰ ਕਰਕੇ ਕਾਲ ਤੇ ਜਾਣਕਾਰੀ ਲੈ ਸਕਦੇ ਨੇ। ਓਕੇ, ਸੋ ਇੱਕ ਤੇ ਹੋ ਗਿਆ ਕਿ ਤੁਹਾਨੂੰ ਕਾਲ ਕਰਕੇ ਉਹਨੇ ਜਾਣਕਾਰੀ ਲੈ ਲਈ। ਇੱਕ ਗੱਲ ਇਹਨਾਂ ਨੇ ਬੜੀ ਖਾਸ ਕਹੀ ਹੈ ਕਿ ਅਸੀਂ ਤੁਹਾਨੂੰ ਸਲਾਹ ਨਹੀਂ ਦਿੰਦੇ, ਜਾਣਕਾਰੀ ਦਿੰਦੇ ਆ। ਸੋ ਇਟਸ ਨਾਟ ਅ ਲੀਗਲ ਐਡਵਾਈਸ ਜਿਹੜੀ ਉਹ ਤੁਹਾਨੂੰ ਦੇ ਰਹੇ ਨੇ, ਇਹ ਤੁਹਾਨੂੰ ਜਾਣਕਾਰੀ ਦੇ ਰਹੇ ਨੇ। ਉਸ ਤੋਂ ਬਾਅਦ ਤੁਸੀਂ ਏਜੰਸੀਜ਼ ਦੇ ਰੈਫਰਲ ਦੀ ਗੱਲ ਕਰਦੇ ਹੋ, ਵੈਨ ਯੂ ਸੇ ਏਜੰਸੀਜ਼ ਦੇ ਵੱਲ ਰੈਫਰ ਕਰਦੇ ਹੋ, ਕਿਉਂਕਿ ਲੋਕਾਂ ਦੇ ਦਿਮਾਗ 'ਚ ਇਹ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਨਹੀਂ ਆਉਣ ਦੇਣਾ ਚਾਹੁੰਦਾ। ਤੁਸੀਂ ਜਿਹਦੇ ਕੋਲ ਭੇਜਦੇ ਹੋ ਉਹ ਕੋਈ ਪ੍ਰਾਈਵੇਟ ਲਾਇਰ ਹੈ ਜਾਂ ਉਹ ਸਰਕਾਰੀ ਹੀ ਏਜੰਸੀਆਂ ਨੇ? ਜਿਵੇਂ ਅਸੀਂ ਆਲਰੇਡੀ ਮੈਂਸ਼ਨ ਕੀਤਾ ਹੈ ਕਿ ਸਾਡੀ ਜਿਹੜੀ ਡੀਲਿੰਗ ਹੈ ਪ੍ਰਾਈਵੇਟ ਲਾਇਰਸ ਨਾਲ ਬਿਲਕੁਲ ਨਹੀਂ ਹੈ। ਓਕੇ, ਇਹ ਸਟੇਟ ਫੰਡਡ ਪ੍ਰੋਗਰਾਮ ਹੈ। ਹਾਂ, ਸਟੇਟ ਤੇ ਸਿਟੀ ਨੇ, ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗੀ ਕਿ ਜਿਹੜੇ ਸਾਡੇ ਨਿਊਯਾਰਕ ਸਟੇਟ ਤੇ ਸਿਟੀ ਦੇ ਰੈਜ਼ੀਡੈਂਟਸ ਹੈਗੇ ਨੇ, ਦੇ ਆਰ ਵੈਰੀ ਲੱਕੀ। The reason is ਜਿਹੜਾ state government ਹੈ, city government ਹੈ, immigrants population ਨੂੰ ਬਹੁਤ ਖੁੱਲ ਕੇ ਸਪੋਰਟ ਕਰਦੀ, ਯੈਸ, ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਕਾਫੀ ਪੈਸਾ ਇਨਵੈਸਟ ਕਰਦੇ ਨੇ। ਇਨਵੈਸਟਮੈਂਟ ਦੇ ਨਾਲ ਨਾਲ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਨੂੰ ਇਹ ਫੰਡਸ ਦਿੰਦੇ ਨੇ ਕਿ ਤੁਸੀਂ ਇਹਨਾਂ ਨੂੰ ਹੈਲਪ ਕਰੋ। ਸੋ ਇਹ ਗੱਲ ਯਾਦ ਰੱਖ ਲਓ ਕਿ ਜਿਹੜੀ ਤੁਹਾਨੂੰ ਰੈਫਰਲ ਮਿਲ ਰਹੀ ਹੈ ਉਹ ਇਹ ਨਹੀਂ ਕਿ ਤੁਹਾਨੂੰ ਕਿਸੇ ਪ੍ਰਾਈਵੇਟ ਬੰਦੇ ਕੋਲ ਭੇਜ ਦਿੱਤਾ ਜਾਏਗਾ ਜਿਹੜਾ ਮੁੜ ਕੇ ਤੁਹਾਡੇ ਤੋਂ ਪੈਸੇ ਚਾਰਜ ਕਰੇਗਾ, ਇਹਦਾ ਨਹੀਂ ਹੈ। ਇਹ ਮੁੜ ਕੇ ਜਿਹੜੀ ਫਰਦਰ ਏਜੰਸੀ ਕੋਲ ਤੁਹਾਨੂੰ ਦੇ ਭੇਜਣਗੇ ਉਹ ਵੀ ਉਹ ਏਜੰਸੀ ਹੋਏਗੀ ਜਿਹੜੇ ਤੁਹਾਡੇ ਕੰਮ ਦਾ ਸੋਲੂਸ਼ਨ ਕੋਲ ਬਹਿ ਕੇ ਸਰਕਾਰੀ ਪੇਪਰਾਂ ਦੇ ਜ਼ਰੀਏ ਕਰੇਗੀ। ਔਰ ਉਹਦੇ 'ਚ ਡਰਨ ਦੀ ਗੱਲ ਇਸ ਲਈ ਨਹੀਂ ਹੈ ਕਿਉਂਕਿ ਘੱਟੋ ਘੱਟ ਨਿਊਯਾਰਕ ਦੇ ਵਿੱਚ ਇਸ ਗੱਲ ਦੀ ਖਾਸੀਅਤ ਹੈ, ਨਿਊਯਾਰਕ ਸਟੇਟ ਨੇ, ਸਿਟੀ ਨੇ ਖੁਦ ਡਿਕਲੇਅਰ ਕੀਤਾ ਕਿ ਇੱਥੋਂ ਦੀ ਪੁਲਿਸ ਤੱਕ ਆਈਸ ਨੂੰ ਸਪੋਰਟ ਨਹੀਂ ਕਰਦੀ। ਜੋ ਇਮੀਗ੍ਰੇਸ਼ਨ ਇਨਫੋਰਸਮੈਂਟ ਆਉਂਦੀ ਹੈ ਤਾਂ ਪੁਲਿਸ ਉਹਦਾ ਸਾਥ ਨਹੀਂ ਦਿੰਦੀ ਕਿਸੇ ਵੀ ਬੰਦੇ ਨੂੰ ਚੱਕਣ ਵਾਸਤੇ ਜਾਂ ਉਹਦੇ ਗ੍ਰਿਫਤਾਰ ਕਰਨ ਵਾਸਤੇ। ਤਾਂ ਉਸ ਹਾਲਾਤ ਦੇ ਵਿੱਚ ਮੇਅਰ ਦੀ ਹੈਲਪਲਾਈਨ ਤੁਹਾਨੂੰ ਮਦਦ ਕਰ ਰਹੀ ਹੈ। ਤਾਂ ਇਸ ਤਰ੍ਹਾਂ ਦੀ ਮਦਦ ਹੈ ਕਿ ਤੁਸੀਂ ਕਾਗਜ਼ਾਤ ਕਿੱਥੋਂ ਭਰਾਉਣੇ ਨੇ, ਕਿੱਥੇ ਜਾ ਕੇ ਭਰਨੇ ਨੇ, ਕਿਹੜੇ ਕਾਗਜ਼ਾਤ ਭਰਨੇ ਨੇ, ਇਸ ਬਾਰੇ ਜਾਣਕਾਰੀ ਡਿਟੇਲ ਮਿਲੇਗੀ। ਕੋਈ ਮੇਰੇ ਵਰਗਾ ਐਸਾ ਵੀ ਉੱਠ ਸਕਦਾ ਜਿਹੜਾ ਕਹਿੰਦਾ ਮੈਨੂੰ ਲਿਖਣਾ ਹੀ ਨਹੀਂ ਆਉਂਦਾ ਚੰਗੀ ਤਰ੍ਹਾਂ ਤੇ ਮੈਂ ਭਰਾਂ ਕਿੱਦਾਂ ਫਾਰਮ, ਉਹਦੇ 'ਚ ਵੀ ਮਦਦ ਹੋ ਸਕਦੀ ਹੈ। ਬੜੇ ਆਉਂਦੇ ਨੇ ਇਸ ਤਰ੍ਹਾਂ ਦੇ ਸਵਾਲ ਕਿਉਂਕਿ ਏਜ ਫੈਕਟਰ ਹੈ, ਲੈਂਗੁਏਜ ਬੈਰੀਅਰ ਹੈਗਾ, ਫਾਰਮਸ ਕੰਪਲਿਕੇਟਿਡ ਹੁੰਦੇ ਨੇ ਜੀ, ਤੇ ਕਈ ਵਾਰੀ ਜ਼ਰਾ ਜਿਹੀ ਗਲਤੀ ਬੜੀ ਭਾਰੀ ਪੈ ਸਕਦੀ ਹੈ, ਡਿਲੇ ਹੈ, ਰਿਜੈਕਸ਼ਨ ਹੈਗੀ ਹੈ। ਤੇ ਇਨ ਜਨਰਲ ਚਾਹੇ ਤੁਸੀਂ ਕਿਤਨੇ ਵੀ ਕੈਪੇਬਲ ਹੈਗੇ ਹੋ ਕਰਨ ਵਾਸਤੇ, ਅਸੀਂ ਰეკਮੈਂਡ ਕਰਨੇ ਆ, ਅਸੀਂ ਸੁਜੈਸਟ ਕਰਨੇ ਆ ਕਿਉਂਕਿ ਸਰਵਿਸਿਜ਼ ਆਰ ਅਵੇਲੇਬਲ ਫ੍ਰੀ ਆਫ ਕਾਸਟ ਔਰ ਲੋ ਕਾਸਟ। ਇਫ ਤੁਸੀਂ ਪੇ ਨਹੀਂ ਕਰ ਸਕਦੇ ਹੋ ਤੇ ਆਈ ਮੀਨ ਡੋਂਟ ਬੀ ਹੈਜ਼ਿਟੇਟ ਟੂ ਟੈਲ them ਕਿ ਮੇਰੀ ਇਨਕਮ ਨਹੀਂ ਹੈਗੀ, ਮੈਂ ਨਹੀਂ ਦੇ ਸਕਦਾ ਪੈਸੇ। ਓਕੇ, ਸੋ ਜੇ ਤੁਹਾਨੂੰ ਕੋਈ ਕਹੇਗਾ ਫੋਨ ਕਰਕੇ ਕਿ ਮੇਰੇ ਕੋਲ ਪੈਸੇ ਕੋਈ ਨਹੀਂ ਪਰ ਮਦਦ ਚਾਹੀਦੀ ਹੈ ਤਾਂ ਤੁਸੀਂ ਕਰ ਸਕਦੇ ਹੋ। ਐਗਜ਼ੈਕਟਲੀ, ਏਜੰਸੀਆਂ ਨੂੰ ਭੇਜਨੇ, ਏਜੰਸੀਆਂ ਫਿਰ ਦੇਖਦੇ ਨੇ ਉਹਨਾਂ ਦਾ ਇਨਕਮ ਲੈਵਲ ਕੀ ਹੈਗਾ, ਹਾਊਸ ਹੋਲਡ ਸਾਈਜ਼ ਕਿੰਨਾ ਹੈਗਾ, ਪਾਵਰਟੀ ਗਾਈਡਲਾਈਨ ਤੋਂ ਥੱਲੇ ਅਗਰ ਉਹਨਾਂ ਦੀ ਇਨਕਮ ਹੈ ਤੇ ਉਹਨਾਂ ਦੀ ਫੀਸ ਮਾਫ ਹੋ ਜਾਂਦੀ ਹੈ। ਫੀਸ ਮਾਫ, ਉਹਨਾਂ ਦੀ ਸਰਵਿਸ ਚਾਰजेस ਵੀ ਮਾਫ, ਤੇ ਔਨ ਦ ਟਾਪ ਆਫ ਇਟ ਜਦੋਂ ਐਪਲੀਕੇਸ਼ਨ ਭੇਜੀ ਜਾਂਦੀ ਹੈ ਇਮੀਗ੍ਰੇਸ਼ਨ ਨੂੰ, ਇੱਕ ਫੀ ਵੇਵਰ ਅਸੀਂ ਰਿਕੁਐਸਟ ਜਮਾ ਕਰਾਉਂਦੇ ਹਾਂ ਕਿ ਇਸ ਬੰਦੇ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਵੀ ਨਾ ਲਵੇ। ਤੇ ਇਸ ਤਰੀਕੇ ਦੇ ਕਿੰਨੇ ਕੇਸਿਸ ਅਸੀਂ ਕੀਤੇ ਨੇ ਜਿਹਦੇ ਵਿੱਚ ਬੰਦੇ ਨੂੰ ਇੱਕ ਪੈਸੇ ਦਾ ਵੀ ਖਰਚਾ ਨਹੀਂ ਹੋਇਆ। ਤਾਂ ਕੋਈ ਇਹੋ ਜਿਹੇ ਹਾਲਾਤ ਵੀ ਹੈਗੇ ਨੇ ਜਿਹਦੇ ਵਿੱਚ ਕੋਈ, ਜਿਸ ਤਰ੍ਹਾਂ ਹੁਣ ਤੁਸੀਂ ਹੁਣੇ ਗੱਲ ਕੀਤੀ ਕਿ ਬੱਚੇ ਆ ਰਹੇ ਨੇ ਜਿਹੜੇ 21 ਸਾਲ ਤੋਂ ਛੋਟੀ ਉਮਰ ਦੇ ਨੇ ਔਰ ਉਹ ਜੁਵਨਾਈਲ ਕੇਸਿਸ ਦੇ ਅੰਡਰ ਆ ਕੇ ਇਮੀਗ੍ਰੇਸ਼ਨ ਕਰਨ ਦੇ ਲਈ ਔਰ ਗ੍ਰੀਨ ਕਾਰਡ ਲੈਣ ਦੀ ਕੋਸ਼ਿਸ਼ ਕਰਦੇ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਪੜ੍ਹੇ ਲਿਖੇ ਨਹੀਂ ਹੈ ਪਰ ਕਿਸੇ ਤਰ੍ਹਾਂ ਅਮਰੀਕਾ ਪਹੁੰਚ ਗਏ, ਕੋਈ ਬਾਰਡਰ ਟੱਪ ਕੇ ਪਹੁੰਚੇ ਨੇ ਕਿਸੇ ਤਰ੍ਹਾਂ ਨੇ, ਉਹਨਾਂ ਦੇ ਤਾਂ ਪਾਸਪੋਰਟ ਤੱਕ ਫਾੜ ਦਿੱਤੇ ਜਾਂਦੇ, ਕਿਸੇ ਕੋਲ ਸ਼ਾਇਦ ਫੋਟੋਕਾਪੀ ਹੋਵੇ ਘਰੇ, ਇੰਡੀਆ ਤਾਂ ਹੋਵੇ, ਤਾਂ ਉਹਨਾਂ ਦੇ ਹਾਲਾਤ ਦੇ ਵਿੱਚ ਵੀ ਕੁਝ ਹੋ ਸਕਦਾ ਹੈ। ਹੁਣ ਇਹਦੇ ਵਿੱਚ ਕੀ ਹੈ ਕਿ ਐਂਟਰੀ ਇਜ਼ ਦੀ ਮੇਨ ਕੁਐਸਚਨ ਕਿ ਤੁਸੀਂ ਐਂਟਰ ਕਿਵੇਂ ਹੋਏ ਹੋ, ਲੀਗਲ ਹੋਏ ਹੋ, ਇਲੀਗਲ ਹੋਏ ਹੋ, ਫੋਟੋ ਚੇਂਜ ਕਰਕੇ ਹੋਏ ਹੋ, ਪਾਸਪੋਰਟ ਜਾਂ ਕਿਸੇ ਏਜੰਟ ਦੇ ਥਰੂ ਹੋਏ ਹੋ। ਸੋ ਜਿਹੜੇ ਹਾਲਾਤ ਨੇ ਉਹਦੇ ਹਿਸਾਬ ਨਾਲ ਏਜੰਸੀ ਜਾਣਕਾਰੀ ਦੇ ਹਿਸਾਬ ਨਾਲ ਅਸੀਂ ਪੂਰੀ ਕੋਸ਼ਿਸ਼ ਕਰਨੇ ਆ ਕਿ ਬੰਦੇ ਦੀ ਹੈਲਪ ਹੋਏ। ਸੋ ਕਿਸੇ ਨਾ ਕਿਸੇ ਤਰ੍ਹਾਂ ਜਾਣਕਾਰੀ ਜ਼ਰੂਰ ਉਹਨਾਂ ਤੱਕ ਪਹੁੰਚ ਜਾਂਦੀ ਹੈ। ਔਰ ਉਹਦੇ ਵਿੱਚ ਇੱਕ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਹੈ, ਬਹੁਤ ਸਾਰੇ ਲੋਕਾਂ ਨੂੰ ਕੋਈ ਵੀ ਇਦਾਂ ਦੀ ਹੈਲਪਲਾਈਨ ਜਿੱਦਾਂ ਤੁਹਾਡੇ ਕੋਲ ਜਿਹੜੀ ਹੈਲਪਲਾਈਨ ਚੱਲ ਰਹੀ ਹੈ ਉਹ ਮੇਅਰ ਦੀ ਮਦਦ ਨਾਲ ਚੱਲ ਰਹੀ ਹੈ, ਤਾਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਮੇਰੀ ਜਾਣਕਾਰੀ ਜਿਹੜੀ ਹੈ ਉਹ ਸਿਟੀ ਕੋਲ ਪਹੁੰਚ ਗਈ ਤਾਂ ਮੇਰੇ ਅਗੇਂਸਟ ਕੁਝ ਹੋ ਜਾਏਗਾ। ਉਹ ਜਿਹੜੀ ਪ੍ਰਾਈਵੇਸੀ ਦੀ ਪ੍ਰੋਟੈਕਸ਼ਨ ਹੈ, ਬੰਦੇ ਦੀ ਇਨਫੋਰਮੇਸ਼ਨ ਦੀ ਪ੍ਰੋਟੈਕਸ਼ਨ ਹੈ, ਉਹਦੀ ਕਿੰਨੀ ਕੁ ਅਸ਼ੋਰੈਂਸ ਹੈ? ਐਸ ਦੀ ਜਿਵੇਂ ਪਹਿਲੇ ਤਾਂ ਮੈਂ ਤੁਹਾਨੂੰ ਕਰੈਕਟ ਕਰਾਂ ਕਿ ਮੇਅਰ ਤੇ ਹੈ ਹੀ, ਗਵਰਨਰ ਦਾ ਮੇਨ ਹੈਗਾ। ਹਾਂ, ਓਕੇ, ਨਿਊਯਾਰਕ ਸਟੇਟ ਦੀ, ਨਿਊਯਾਰਕ ਸਟੇਟ ਹੈ ਸਾਡਾ ਮੇਨ, ਗਵਰਨਰ ਨਾਲ ਹੈਗਾ।
ਤੇ ਮੇਅਰ ਦਾ ਵੀ ਹੈਗਾ ਜਿਹੜਾ ਨਿਊਯਾਰਕ ਸਿਟੀ ਐਕਸ਼ਨ NYC ਹੈ ਸਿਟੀ ਦੀ ਤਰਫੋਂ ਹੈਗਾ ਤੇ ਜਹਾਂ ਤੱਕ ਪ੍ਰਾਈਵੇਸੀ ਦਾ ਸਵਾਲ ਹੈਗਾ ਤੁਹਾਨੂੰ ਪਤਾ ਆਪਣੇ ਪ੍ਰਾਈਵੇਸੀ ਐਕਟ ਕਿੰਨਾ ਹੈਗਾ ਜਿਹਦੇ ਵਿੱਚ ਤੁਸੀਂ ਇਨਫੋਰਮੇਸ਼ਨ ਕਿਸੇ ਦੇ ਨਾਲ ਸ਼ੇਅਰ ਨਹੀਂ ਕਰ ਸਕਦੇ ਤੇ ਸਾਡੀ ਜਿਹੜੀ ਹੌਟਲਾਈਨ ਹੈ the main factor is that ਕਿ it is confidential ਜਦੋਂ ਤੁਸੀਂ ਸਾਨੂੰ ਕਾਲ ਕਰਦੇ ਹੋ ਤੁਹਾਡੀ ਇਨਫੋਰਮੇਸ਼ਨ ਸਿਰਫ ਸਾਡੇ ਕੋਲ ਹੋਏਗੀ ਅਸੀਂ ਕਿਸੇ ਦੇ ਨਾਲ ਸ਼ੇਅਰ ਨਹੀਂ ਕਰ ਸਕਦੇ ਸਿਮਿਲਰਲੀ ਇਹ ਜਿਹੜੀਆਂ ਏਜੰਸੀਆਂ ਅੱਗੇ ਕੰਮ ਕਰਦੀਆਂ ਨੇ ਉਹਨਾਂ ਦਾ ਵੀ ਮੇਨ ਜਿਹੜਾ ਉਹਨਾਂ ਦਾ ਕੰਡੀਸ਼ਨ ਹੈਗੀ ਕਿ ਇਨਫੋਰਮੇਸ਼ਨ ਲੀਕ ਆਊਟ ਨਹੀਂ ਹੋਏਗੀ ਗ੍ਰੇਟ ਸੋ ਜਿਹੜੀਆਂ ਏਜੰਸੀਆਂ ਔਰ ਕਿਹੜੀ ਮਦਦ ਜਿਹੜੀ ਹੈ ਉਹ ਅਸਲ 'ਚ ਤੁਹਾਡੇ ਹੱਥਾਂ ਤੱਕ ਪਹੁੰਚ ਸਕਦੀ ਹੈ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਫਿਲਹਾਲ ਇਸ ਚਰਚਾ 'ਚ ਅਸੀਂ ਅੱਜ ਦੇ ਐਪੀਸੋਡ 'ਚ ਤੁਹਾਡੇ ਤੋਂ ਇਜਾਜ਼ਤ ਲੈ ਰਹੇ ਹਾਂ ਪਰ ਅਸੀਂ ਗੱਲਬਾਤ ਨੂੰ ਜਾਰੀ ਰੱਖਣਾ ਹੈ ਸਰੋਜ ਜੀ ਸਾਡੇ ਨਾਲ ਮੌਜੂਦ ਰਹਿਣਗੇ ਕੱਲ ਨੂੰ ਅਸੀਂ ਇਸ ਐਪੀਸੋਡ ਦੇ ਵਿੱਚ ਇਸੇ ਚਰਚਾ ਦੇ ਵਿੱਚ ਮੁੱਦਾ USA ਦੇ ਵਿੱਚ ਦੁਬਾਰਾ ਤੁਹਾਨੂੰ ਮਿਲਾਂਗੇ ਫਰਾਡ ਪ੍ਰੀਵੈਂਸ਼ਨ ਹੈ ਉਹਦੇ 'ਚ ਕਿੱਦਾਂ ਮਦਦ ਹੁੰਦੀ ਹੈ ਤੁਹਾਡੀ ਬੇਸਿਕਲੀ ਉਹ ਹੈ ਕੀ ਫਰਾਡ ਐਕਚੁਅਲੀ ਹੁਣ ਇਨੋਸੈਂਟ ਅਮਰੀਕਾ ਤੁਹਾਨੂੰ ਪਤਾ ਹੈ ਅਸੀਂ ਲੋਕ ਵੀ ਆਏ ਸੀ ਸ਼ੁਰੂ ਵਿੱਚ ਕੋਈ ਨੌਲੇਜ ਨਹੀਂ ਹੁੰਦੀ ਧੀਰੇ ਧੀਰੇ ਆਦਮੀ ਨੂੰ ਪ੍ਰੈਕਟਿਸ ਹੁੰਦੀ ਹੈ ਸਮਝ ਆਉਂਦਾ ਸਿਸਟਮ ਕੀ ਹੈਗਾ ਇਹਦਾ ਹੁਣ ਨਿਊਲੀ ਅਰਾਈਵਡ ਜਿਹੜਾ ਬੰਦਾ ਹੈਗਾ ਉਹ ਇੰਨਾ ਇਨੋਸੈਂਟ ਹੁੰਦਾ ਉਹਨੂੰ ਪਤਾ ਹੀ ਨਹੀਂ ਕਿ ਮੈਂ ਕਿਹਦੇ ਨਾਲ ਗੱਲ ਕਰ ਰਿਹਾ ਉਹ ਸਹੀ ਬੈਟਰ ਨਹੀਂ ਹੈ ਕਿ ਨਟਾਰੀਓ ਜਿਹੜਾ ਪ੍ਰੀਟੈਂਡ ਕਰ ਰਿਹਾ ਕਿ ਆਈ ਐਮ ਅ ਲਾਇਰ ਆਈ ਕੈਨ ਡੂ ਦਿਸ ਐਂਡ ਦੈਟ ਫॉर ਯੂ ਐਂਡ ਆਈ ਕੈਨ ਗੈਟ ਯੂਰ immigration status you have to pay me this much